देश दुनिया च वसदे पंजाबियों को खुश आमदीद। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट मनप्रीत रंधावा। रंधावा साहब जी आया। बहुत बहुत धन्यवाद तुहाडा रंधावा जी। ਅਸੀਂ ਸਵੇਰ ਵੇਲੇ ਪੋਲਿਟਿਕਸ ਤੋਂ ਸ਼ੁਰੂ ਨਹੀਂ ਕਰਾਂਗੇ, ਤੁਹਾਨੂੰ ਲੱਗੂਗਾ ਜੱਕੜ ਮਾਰਨ ਲੱਗ ਗਏ, ਲੇਕਿਨ ਅੱਜ ਪੰਜਾਬ ਦੀ ਰਾਜਨੀਤੀ ਕਿੱਥੇ ਖੜੀ ਆ। ਆਮ ਆਦਮੀ ਪਾਰਟੀ ਸੁਪਰੀਮੋ ਕੇਜਰੀਵਾਲ ਆਏ ਤੇ ਚਲੇ ਗਏ, ਕੁੰਵਰ ਵਿਜੇ ਪ੍ਰਤਾਪ ਨੇ ਕੰਮ ਕਰਨਾ ਸ਼ੁਰੂ ਕਰਤਾ, ਇੱਕ ਕੌਂਸਲਰ ਵੀ ਪੱਟ ਲਿਆ। ਇਹਦੇ ਅੱਗੇ ਜਾ ਕੇ ਹੁਣ ਆਮ ਆਦਮੀ ਪਾਰਟੀ ਕੋਲ ਕੀ ਵਿਜ਼ਨ ਹੈ, ਕਿੱਥੇ ਖੜੇ ਆ। ਆਮ ਆਦਮੀ ਪਾਰਟੀ ਦੇ ਨਾਲ ਨਾਲ ਅਕਾਲੀ ਦਲ ਅੱਜ ਕੱਲ ਡਿਫੈਂਸਿਵ ਰਾਜਨੀਤੀ ਕਰ ਰਿਹਾ, ਹੁੰਦਾ ਤਾਂ ਉਹ ਹਮਲਾਵਰ ਦਿਸਦਾ ਹੈ ਲੇਕਿਨ ਡਿਫੈਂਸਿਵ ਰਾਜਨੀਤੀ ਕਰ ਰਿਹਾ, ਬਚਾਅ ਤੇ ਉਤਰਿਆ ਹੋਇਆ। ਤੇ ਅਜੇ ਕਾਂਗਰਸ ਦੇ ਵਿੱਚ ਬਲਦੀ ਅੱਗ ਮੱਠੀ ਨਹੀਂ ਪਈ, ਲੇਕਿਨ ਸਭ ਤੋਂ ਅਹਿਮ ਮੁੱਦਾ ਹੈ ਕਿ ਇੱਕ ਸੁਰਖੀ, ਇੱਕ ਫੋਟੋ ਜਿਹੜੀ ਸਾਰੀਆਂ ਅਖਬਾਰਾਂ ਦੇ ਫਰੰਟ ਪੇਜ ਤੇ ਹੈ ਪ੍ਰਧਾਨ ਮੰਤਰੀ ਨਾਲ ਜੰਮੂ ਕਸ਼ਮੀਰ ਦੇ ਆਗੂਆਂ ਦੀ, ਉਹਦੇ ਤੇ ਜ਼ਿਕਰ ਕਰਨਾ ਬਣਦਾ ਹੈ ਕਿਉਂਕਿ ਜਦੋਂ ਫੈਡਰਲਿਜ਼ਮ ਦੀ ਗੱਲ ਹੁੰਦੀ ਆ, ਸੰਘੀ ਢਾਂਚੇ ਦੀ ਗੱਲ ਹੁੰਦੀ ਆ, ਪੰਜਾਬ ਮੋਹਰਲੀਆਂ ਸਫਾਂ 'ਚ ਲੜਦਾ ਰਿਹਾ, ਲੇਕਿਨ ਜਦੋਂ ਕਸ਼ਮੀਰੀਆਂ ਦੇ ਮਸਲੇ ਆਏ ਪੰਜਾਬ ਵੀ ਦੜ ਵੱਟ ਕੇ ਬਹਿ ਗਿਆ। ਸਵਾਲ ਇਸ ਗੱਲ ਦਾ ਹੈ ਕਿ ਜੇ ਜੰਮੂ ਕਸ਼ਮੀਰ ਵਾਲੇ ਸੱਦੇ ਜਾ ਸਕਦੇ ਆ ਤੇ ਸਾਡੇ 7 ਮਹੀਨਿਆਂ ਦੇ ਬਾਰਡਰਸ ਤੇ ਬੈਠੇ ਹਰੇਕ ਘਰ ਚੋਂ ਕੋਈ ਨਾ ਕੋਈ ਗਿਆ, ਅਸੀਂ ਵੀ ਕਿਸੇ ਨਾ ਕਿਸੇ ਰੂਪ 'ਚ ਸ਼ਾਮਲ ਰਹੇ ਆ, ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਉਸ ਸੰਗਠਨ, ਉਸ ਸੰਘਰਸ਼ ਦੇ ਵਿੱਚ ਜਿਹੜਾ ਕਿਸਾਨੀ ਦਾ ਹੈ, ਕਿਉਂਕਿ ਸਾਡੀ ਰੋਟੀ ਪਾਣੀ ਵੀ ਉੱਥੋਂ ਚੱਲਦੀ। ਜੇ ਇਹ ਫੋਟੋ ਦਿਲਚਸਪੀ ਪੈਦਾ ਕਰ ਸਕਦੀ ਹੈ, ਸਿਆਸਤ ਵਿੱਚ ਸਰਗਰਮੀ ਲਿਆ ਸਕਦੀ ਹੈ ਕਿ ਜੰਮੂ ਕਸ਼ਮੀਰ ਦੇ ਲੀਡਰ ਜਿਹੜੇ ਕਦੇ ਪ੍ਰਧਾਨ ਮੰਤਰੀ ਨੂੰ ਚੰਗੇ ਹੀ ਨਹੀਂ ਸੀ ਲੱਗਦੇ, ਉਹਨਾਂ ਦੇ ਨਾਲ ਬਹੁਤ ਮੋਹਬੰਤਾ ਜਿਹਾ ਇੱਕ ਰਿਸ਼ਤਾ ਬਣਿਆ, ਤਾਂ ਸਾਡੇ ਜਿਹੜੇ 32 ਲੋਕ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਵਾਲੇ, ਇੱਕ ਫੋਟੋ ਉਹਨਾਂ ਨਾਲ ਹੋ ਜਾਂਦੀ, ਸਾਡਾ ਵੀ ਸੀਨਾ ਠਰ ਜਾਂਦਾ। ਲੇਕਿਨ ਅਫਸੋਸ ਇੰਜ ਹੋਇਆ ਨਾ। ਇੱਕ ਹੋਰ ਸਵਾਲ ਬਹੁਤ ਵੱਡਾ ਹੈ ਕਿ ਕਾਂਗਰਸੀ ਸਫਾਂ 'ਚ ਹੁਣ ਆਪਸੀ ਘਮਾਸਾਨ ਹੈ, ਆਪਸ ਵਿੱਚ ਉਲਝਣ ਦੀ ਇੱਕ ਨਵੀਂ ਲੜਾਈ ਸ਼ੁਰੂ ਹੋਈ ਹੈ। ਉਹ ਬੜੀ ਦਿਲਚਸਪ ਆ। ਇਹਦੇ ਨਾਲ ਇਹਨਾਂ ਦੇ ਜਿਹਨੂੰ ਕਹਿੰਦੇ ਹੁੰਦੇ ਆਪਣਾ ਹੀ ਝੱਗਾ ਚੁੱਕਣਾ, ਤੇ ਉਹ ਝੱਗਾ ਜਦੋਂ ਚੁੱਕਿਆ ਜਾਊਗਾ ਤਾਂ ਇਹਦੇ ਅੰਦਰ ਜੋ ਪਿਆ ਜਿਹੜਾ ਬਦਬੂਦਾਰ ਹੈ, ਗੰਦ ਮਾਰਦਾ ਹੈ, ਮੁਸ਼ਕ ਮਾਰਦਾ ਹੈ, ਉਹਦੇ ਵੀ ਸਾਹਮਣੇ ਉਹ ਤਸਵੀਰ ਦਿਸਦੀ ਹੈ। ਦਿਲਚਸਪ ਹੁੰਦਾ ਹੈ ਜਿਨ੍ਹਾਂ ਲੋਕਾਂ ਨੇ ਕਦੇ ਸਟੇਟ ਦਾ ਨਾ ਸਵਾਰ ਕੇ ਆਪਣੇ ਵੱਲ ਗੱਲਾਂ। ਮਨਪ੍ਰੀਤ ਜੀ ਛੱਡੀਏ, ਆਪਾਂ ਕਿਉਂ ਇੰਨੀ ਲੰਬੀ ਭੂਮਿਕਾ 'ਚ ਜਾਣਾ, ਤੁਸੀਂ ਦੱਸੋ ਕਿੱਥੋਂ ਸ਼ੁਰੂ ਕਰਨਾ ਹੈ। ਸਵਾਲ ਇਹ ਸਾਰੇ ਹੀ ਵੱਡੇ ਆ। ਗੱਲ ਆਪਾਂ ਚਲੋ ਪ੍ਰਧਾਨ ਮੰਤਰੀ ਦੀ ਉਹ ਫੋਟੋ ਤੋਂ ਸ਼ੁਰੂ ਕਰਦੇ ਹਾਂ। ਜੀ ਕੀ ਕਹਿੰਦੇ ਹੋ? ਦੇਖੋ ਹਰਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਆ ਕਿ ਜਿੱਥੇ ਜੰਮੂ ਕਸ਼ਮੀਰ ਸਾਡਾ ਸੂਬਾ ਸੀ, ਜਿਹਨੂੰ ਕਿ ਹੁਣ 3 ਫਾੜ ਕਰਕੇ ਲਦਾਖ, ਜੰਮੂ ਤੇ ਕਸ਼ਮੀਰ ਬਣਾ ਦਿੱਤਾ ਗਿਆ 5 ਅਗਸਤ 2019 ਨੂੰ। ਲਗਭਗ 2 ਸਾਲ ਹੋ ਜਾਣੇ ਆ, ਤੁਹਾਨੂੰ ਪਤਾ। ਔਰ ਤੁਸੀਂ ਜਿਹੜਾ ਕੰਪੈਰੀਜ਼ਨ ਕੀਤਾ ਉਹ ਬਹੁਤ ਵਧੀਆ ਕਿ ਜਿਹੜੇ ਕਿਸਾਨ ਜਾ ਕੇ ਲਗਭਗ 7 ਮਹੀਨੇ, ਕੱਲ ਉਹਨਾਂ ਨੂੰ 7 ਮਹੀਨੇ ਹੋ ਜਾਣੇ ਆ, ਹਜੇ ਤੱਕ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਗੱਲਬਾਤ ਦਾ ਸੱਦਾ ਨਹੀਂ ਆਇਆ। ਹਾਲਾਂਕਿ ਪ੍ਰਧਾਨ ਮੰਤਰੀ ਕਹਿੰਦੇ ਰਹੇ ਕਿ ਜਦੋਂ ਮੈਨੂੰ ਮਰਜ਼ੀ ਟੈਲੀਫੋਨ ਕਰ ਲਓ। ਨਾ ਤਾਂ ਕਿਸੇ ਨੂੰ ਉਹਨਾਂ ਦੇ ਟੈਲੀਫੋਨ ਦਾ ਪਤਾ, ਨਾ ਇਹ ਪਤਾ ਵੀ ਜੇ ਉਹਨਾਂ ਨੂੰ ਪੱਤਰ ਲਿਖਿਆ ਜਾਂਦਾ, ਚਿੱਠੀ ਲਿਖੀ ਜਾਂਦੀ, ਨਾ ਕੋਈ ਜਵਾਬ ਦਿੰਦੇ। ਵਾਪਸ ਆਉਨੇ ਆਪਾਂ ਜੰਮੂ ਕਸ਼ਮੀਰ ਤੇ। ਦੇਖੋ, ਜੰਮੂ ਕਸ਼ਮੀਰ ਦੀ ਧਾਰਾ 370 ਤੇ 35A ਖਤਮ ਕਰਕੇ ਇੱਕ ਤਰ੍ਹਾਂ ਦਾ ਕੇਂਦਰ ਸਰਕਾਰ, ਭਾਰਤੀ ਜਨਤਾ ਪਾਰਟੀ ਨੇ ਇੱਕ ਤਾਂ ਪਹਿਲਾਂ ਉਹਨਾਂ ਦਾ ਇਹ ਚੋਣ ਮੈਨੀਫੈਸਟੋ 'ਚ ਬੜੇ ਚਿਰ ਤੋਂ ਉਹਨਾਂ ਦਾ ਵਾਅਦਾ ਕਿ ਅਸੀਂ ਇਹ ਕੰਮ ਕਰਨਾ ਹੀ ਕਰਨਾ, ਇਹ ਜਾਣੇ ਬਗੈਰ ਕਿ ਇਸ ਦਾ ਕੀ ਅਸਰ ਹੋਊਗਾ, ਇਸ ਤਰ੍ਹਾਂ ਦਾ ਲੋਕਾਂ ਨੂੰ ਇੰਪ੍ਰੈਸ਼ਨ ਦਿੱਤਾ ਗਿਆ ਕਿ ਜਿਵੇਂ ਕਿ ਧਾਰਾ 370 ਖਤਮ ਕਰਕੇ ਪਾਕਿਸਤਾਨ ਕੋਲੇ ਕਿਤੇ ਜੰਮੂ ਕਸ਼ਮੀਰ ਸੀਗਾ, ਉਹ ਅਸੀਂ ਵਾਪਸ ਲੈ ਲਿਆ। ਇਸ ਤਰ੍ਹਾਂ ਦਾ ਇੰਪ੍ਰੈਸ਼ਨ ਦਿੱਤਾ ਗਿਆ ਕਿ ਉੱਥੇ ਅੱਜ ਤੱਕ ਹੋਇਆ ਨਹੀਂ ਜਿੱਦਾਂ ਸਾਡੇ ਨਾਲ ਲੋਕੀ ਆ ਕੇ ਮਿਲ ਗਏ ਹੋਣ ਤੇ ਉਸ ਤੋਂ ਬਾਅਦ ਉੱਥੇ ਖੁਸ਼ਹਾਲੀ ਆ ਜਾਏਗੀ, ਲੋਕੀ ਉੱਥੇ ਜ਼ਮੀਨਾਂ ਖਰੀਦਣ ਲੱਗ ਜਾਣਗੇ, ਉੱਥੇ ਬਹੁਤ ਵੱਡੀਆਂ ਵੱਡੀਆਂ ਕਾਰਪੋਰੇਟਸ ਕੰਪਨੀਆਂ ਉੱਥੇ ਜਾ ਕੇ ਇਨਵੈਸਟਮੈਂਟ, ਨਿਵੇਸ਼ ਕਰਨਗੀਆਂ। ਲੇਕਿਨ ਹਰਜਿੰਦਰ ਜੀ, ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ, ਬਲਕਿ ਬੇਰੁਜ਼ਗਾਰੀ ਉੱਥੇ ਵਧੀ ਆ। ਔਰ ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਇਹ ਵੀ ਪਤਾ ਕਿ ਲਗਭਗ 18 ਮਹੀਨੇ ਉੱਥੋਂ ਦੇ ਲੋਕ ਇੰਟਰਨੈਟ ਸੇਵਾਵਾਂ ਤੋਂ ਵਾਂਝੇ ਰਹੇ। ਉਹਨਾਂ ਦਿਨਾਂ ਦੇ ਵਿੱਚ ਵਾਂਝੇ ਰਹੇ ਜਦੋਂ ਲੋਕੀ ਘਰਾਂ 'ਚ ਬਹਿ ਗਏ ਸੀ, ਬੱਚੇ ਜਿਹੜੇ ਆਨਲਾਈਨ ਜਿਹੜੀਆਂ ਕਲਾਸਾਂ ਲਾਉਂਦੇ ਸੀ, ਬੱਚੇ ਹੋਏ, ਯੂਨੀਵਰਸਿਟੀ ਦੇ ਸਟੂਡੈਂਟਸ ਹੋਏ, ਬੈਂਕਾਂ ਦੇ ਕੰਮ ਹੋਏ ਜਾਂ ਹੋਰ ਤਮਾਮ ਕੰਮ ਸੀ ਜਿਹੜੇ ਉਹ ਇੰਟਰਨੈਟ ਜ਼ਰੀਏ ਚੱਲਦੇ ਸੀ। ਤੇ ਇਹਨਾਂ ਸਾਰੀਆਂ ਸੁਵਿਧਾਵਾਂ ਤੋਂ ਉਹਨਾਂ ਲੋਕਾਂ ਨੂੰ ਬਿਲਕੁਲ ਜਿਹੜਾ ਹੈ ਉਹ ਵਾਂਝਾ ਰੱਖਿਆ ਗਿਆ। ਹੁਣ ਆਪਾਂ ਗੱਲ ਕਰੀਏ ਮੀਟਿੰਗ ਦੀ। ਜਿਹੜੀ ਮੀਟਿੰਗ ਕੱਲ ਹੋਈ ਆ, ਜਿੱਥੇ ਪ੍ਰਧਾਨ ਮੰਤਰੀ ਹੋਣਾ ਦੇ ਸੱਦੇ ਤੇ ਜੰਮੂ ਕਸ਼ਮੀਰ ਦੇ ਜਿਹੜੇ ਆ ਉਹ ਲੀਡਰ ਆਏ ਆ। ਵੈਸੇ ਮੈਂ ਦੱਸਦਾ ਕਿ 8 ਪਾਰਟੀਆਂ ਦੇ 14 ਲੀਡਰ ਪਹੁੰਚੇ ਨੇ, ਜਿਸ 'ਚ ਜਿਹੜੇ ਮੇਨ ਜਿਹੜੇ ਲੀਡਰ ਸੀ ਉਹ ਫਾਰੂਕ ਅਬਦੁੱਲਾ, ਜਿਹੜੇ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਆ, ਉਹਨਾਂ ਦੇ ਆਪਣੇ ਮੁੰਡੇ ਉਮਰ ਅਬਦੁੱਲਾ, ਤੇ ਨਾਲ ਮਹਿਬੂਬਾ ਮੁਫਤੀ
ਮਹਿਬੂਬਾ ਮੁਫਤੀ PDP ਦੇ ਤੁਹਾਨੂੰ ਪਤਾ ਸਾਰਿਆਂ ਨੂੰ ਜਿਹੜੇ ਆ ਉਹ ਪ੍ਰਧਾਨ ਨੇ, ਤੇ ਇਹੀ BJP ਦੀ ਸਰਕਾਰ ਦੇ ਨਾਲ ਲਗਭਗ 2 ਸਾਲ ਉਹ ਮੁੱਖ ਮੰਤਰੀ ਰਹੇ ਆ। ਬਾਅਦ ਦੇ ਵਿੱਚ ਡਿਫਰੈਂਸਿਸ ਆ ਗਏ। ਇਹ ਕਹਿ ਕੇ ਇਹਨਾਂ ਨੂੰ ਬੁਲਾਇਆ ਗਿਆ ਕਿ ਆਓ ਆਪਾਂ ਤੁਹਾਨੂੰ ਦੁਬਾਰਾ ਵਿਚਾਰ ਕਰਦੇ ਹਾਂ ਕਿ ਦੁਬਾਰਾ ਇਸ ਨੂੰ ਰਾਜ ਦਾ ਜਾਂ ਸੂਬੇ ਦਾ ਦਰਜਾ ਦੇਈਏ। ਔਰ ਆਪਾਂ ਨੂੰ ਇਹ ਵੀ ਪਤਾ ਵੀ ਕਿਸ ਤਰ੍ਹਾਂ ਇਹਦੇ 3 ਫਾੜ ਕਰ ਦਿੱਤੇ ਗਏ ਸੀ, ਕਸ਼ਮੀਰ ਦੇ, ਜੰਮੂ ਦੇ ਤੇ ਲਦਾਖ ਦੇ। ਗੱਲ ਅਸਲ 'ਚ ਇੱਥੇ ਖੜੀ ਹੈ ਹਰਜਿੰਦਰ ਜੀ ਕਿ ਇਹ ਜਿਹੜੇ ਸਾਰੇ ਲੀਡਰ ਗਏ ਆ, ਇਹ ਕਹਿੰਦੇ ਕਿ 370 ਜਿਹੜੀ ਧਾਰਾ ਜਿਹੜੀ ਸੰਵਿਧਾਨ ਨੇ ਉਹਨਾਂ ਨੂੰ ਦਿੱਤੀ ਸੀ ਜਦੋਂ 1947 'ਚ ਮੁਲਕ ਸਾਡਾ ਆਜ਼ਾਦ ਹੁੰਦਾ, ਤੇ 1949 ਦੇ ਵਿੱਚ ਲਗਭਗ 2 ਸਾਲ ਬਾਅਦ ਇਹ ਜਿਹੜੀ ਧਾਰਾ ਸੀ ਇਹਦੇ ਵਿੱਚ ਐਡ ਕੀਤੀ ਜਾਂਦੀ ਆ। ਮੈਂ ਮੁੱਖ ਤੌਰ ਤੇ ਥੋੜਾ ਜਿਹਾ ਦੱਸਦਾ ਹਰਜਿੰਦਰ ਜੀ ਵੀ ਇਹ ਹੈ ਕੀ ਇਹ ਧਾਰਾ। ਆਮ ਤੌਰ ਤੇ 35A ਤੇ ਜਿਹੜਾ ਹੁੰਦਾ ਬੇਸਿਕਲੀ ਜੇ ਮੋਟੇ ਤੌਰ ਤੇ ਦੇਖਿਆ ਜਾਵੇ, ਬਰੀਕੀਆਂ 'ਚ ਨਾ ਜਾਇਆ ਜਾਵੇ, ਇਹ ਹੈ ਕਿ ਉਹਨਾਂ ਨੂੰ ਆਪਣੀਆਂ ਲੋਕਾਂ ਦੇ ਜਿਹੜੇ ਉੱਥੋਂ ਦੀ ਖੁਦਮੁਖਤਿਆਰੀ ਆ, ਇੱਕ ਤਾਂ ਜਿਹੜੀ ਆਟੋਨਮੀ ਆ ਉਹ ਮਿਲਦੀ ਆ, ਉਹਦੇ ਨਾਲ ਜ਼ਮੀਨ ਦੇ ਉੱਥੋਂ ਦੇ ਲੈਣ ਦੇ ਅਧਿਕਾਰ ਮਿਲਦੇ ਆ, ਤੇ ਦੂਸਰੀ ਵੱਡੀ ਗੱਲ ਆ ਕਿ ਜਿਹੜੇ ਉੱਥੋਂ ਦੇ ਲੋਕ ਆ ਜਿਵੇਂ ਡੋਮਿਸਾਈਲ ਆ ਜਿਹੜੇ ਉੱਥੇ ਦੇ, ਉਹਨਾਂ ਨੂੰ ਨੌਕਰੀਆਂ ਮਿਲਦੀਆਂ। 2 ਵੱਡੀਆਂ ਜਿਹੜੀਆਂ ਚੀਜ਼ਾਂ ਤਾਂ ਇਹੀ ਆ। ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਰੂਮ ਕਰ ਦਿੱਤਾ ਗਿਆ ਸੀ, ਤੇ ਉਹ ਚਾਹੁੰਦੇ ਨੇ ਕਿ ਇਹਨਾਂ ਦੀ ਬਹਾਲੀ ਕੀਤੀ ਜਾਵੇ। ਦੂਸਰੇ ਪਾਸੇ ਜਿਹੜੀ BJP ਚਾਹੁੰਦੀ ਆ ਕਿ ਕਿਸੇ ਤਰ੍ਹਾਂ ਰਾਜ ਦਾ ਦਰਜਾ ਦੇ ਕੇ ਜਿਹੜਾ ਕਿ ਉਹਨਾਂ ਦਾ ਆਪਣਾ ਹੱਕ ਆ, ਅਸੀਂ ਇਹ ਕਹੀਏ ਕਿ ਉੱਥੇ ਚੋਣਾਂ ਕਰਵਾ ਦਈਏ। ਵੈਸੇ ਜਿਹੜੀ ਇਹ ਐਕਸਰਸਾਈਜ਼ ਆ, ਮੈਂ ਇਹ ਵੀ ਦੱਸਦਾ, ਇਹ ਬੁਲਾਈ ਇਸ ਕਰਕੇ ਗਈ ਹੈ ਕਿ ਉੱਥੇ ਡੀਲਿਮਿਟੇਸ਼ਨ ਦੀ ਐਕਸਰਸਾਈਜ਼ ਕਰਨੀ ਆ, ਕਿਉਂਕਿ ਬਹੁਤ ਚਿਰ ਤੋਂ ਜੰਮੂ ਕਸ਼ਮੀਰ ਦੇ ਵਿੱਚ ਹੋਈ ਨਹੀਂ, ਜਨਸੰਖਿਆ ਵੱਧ ਗਈ ਆ। ਤੇ ਭਾਰਤੀ ਜਨਤਾ ਪਾਰਟੀ ਦੀ ਮੈਂ ਥੋੜੀ ਜਿਹੀ ਮਨਸ਼ਾ ਵੀ ਦੱਸਦਾ, ਇਹ ਆ ਕਸ਼ਮੀਰ ਵੈਲੀ ਦੇ ਵਿੱਚ ਵੱਧ ਸੀਟਾਂ, ਜੰਮੂ ਦੇ ਵਿੱਚ ਘੱਟ ਸੀਟਾਂ। ਆਮ ਤੌਰ ਤੇ ਜਿਹੜੀ ਕਸ਼ਮੀਰ ਵੈਲੀ ਦੇ ਵਿੱਚ ਜਿਹੜੀ ਪਾਰਟੀ ਵੱਧ ਸੀਟਾਂ ਲੈ ਜਾਂਦੀ ਆ ਉਹੀ ਸਰਕਾਰ ਬਣਾਉਂਦੀ ਆ। ਹੁਣ ਭਾਰਤੀ ਜਨਤਾ ਪਾਰਟੀ ਕਿਸੇ ਚੋਰ ਦਰਵਾਜ਼ੇ ਚੋਂ, ਚੋਰ ਮੋਰੀ ਚੋਂ ਜੰਮੂ ਦੇ ਵਿੱਚ ਵੱਧ ਸੀਟਾਂ ਕਰਕੇ ਡੀਲਿਮਿਟੇਸ਼ਨ ਦੇ ਜਿਹੜੇ ਬਹਾਨੇ ਦੇ ਨਾਲ ਉੱਥੇ ਸੀਟਾਂ ਵਧਾਉਣਾ ਚਾਹੁੰਦੀ ਹੈ, ਤਾਂ ਕਿ ਜੇ ਜੰਮੂ 'ਚ ਉਹਨਾਂ ਨੂੰ ਵੱਧ ਸੀਟਾਂ ਮਿਲਣ ਤੇ ਉਹ ਕੱਲ ਨੂੰ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਸਰਕਾਰ ਬਣਾ ਸਕਣ। ਜੀ ਨਹੀਂ, ਦੇਖੋ ਇਹ ਮੇਰਾ ਖਿਆਲ ਆਬਾਦੀ ਦੇ ਆਧਾਰ ਤੇ ਹੁੰਦਾ ਹੈ, ਇਹਦੇ ਤੇ ਰੌਲੇ ਰੱਪੇ ਤਾਂ ਪੈਂਦੇ ਆ। ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੈਂ ਨਾ ਮਾਨੂ ਵਾਲੀ ਪਹਿਲੀ ਅਪਰੋਚ ਸੀ, ਉਹਦੇ 'ਚ ਫਰਕ ਆਇਆ ਬੰਗਾਲ ਹਰਨ ਤੋਂ ਬਾਅਦ, ਤੇ ਹੁਣ ਇਹਨਾਂ ਦਾ ਨਜ਼ਰੀਆ ਬਦਲਿਆ ਕਿ ਆਖਰ ਜਿਹੜੀ ਨੈਗੇਟਿਵਿਟੀ ਆ ਜਾਂ ਨਕਾਰਾਤਮਕ ਰਾਜਨੀਤੀ, ਉਹਦੇ ਤੋਂ ਉਰੇ ਆਉਣਾ ਪੈਣਾ, ਉਹ ਤੋਂ ਬਿਨਾਂ ਕੋਈ ਹੱਲ ਲੱਗਦਾ ਨਹੀਂ। ਲੇਕਿਨ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ PDP ਨਾਲ ਸਮਝੌਤਾ ਕਰਕੇ ਇੱਕ ਚਿਹਰਾ ਪਹਿਲਾਂ ਵੀ ਦਿਖਾਇਆ ਸੀਗਾ ਕਿ ਉਹ ਗਰਮ ਖਿਆਲੀਆਂ ਦੀ ਮੰਨੀ ਜਾਂਦੀ ਆ, ਔਰ ਇਹ ਬਿਲਕੁਲ ਹੀ ਦੂਜੇ ਨਜ਼ਰੀਏ ਤੋਂ। ਜਦੋਂ ਇਕੱਠੀ ਸਰਕਾਰ ਚਲਾਈ ਸੀ ਉਦੋਂ ਵੀ ਆਬਜੈਕਸ਼ਨ ਹੁੰਦੇ ਰਹੇ, ਲੇਕਿਨ ਖੈਰ ਸਾਡੇ ਲੋਕਾਂ ਦੀ ਦਿਲਚਸਪੀ ਆਪਣੀ ਇੱਥੋਂ ਦੀ ਪੋਲਿਟਿਕਸ ਵਿੱਚ ਹੈ। ਮੇਰਾ ਕੰਸਰਨ, ਮੇਰਾ ਸਰੋਕਾਰ ਇੰਨਾ ਸੀ ਕਿ ਜੇ ਉਹਨਾਂ ਨਾਲ ਗੱਲ ਹੋ ਸਕਦੀ ਹੈ ਤੇ ਸਾਡੇ ਵਾਲਿਆਂ ਨੇ ਸਰਦ ਰਾਤਾਂ ਵੀ ਝੱਲ ਲੀਆਂ ਤੇ ਗਰਮ ਥਪੇੜੇ ਵੀ ਸਹਿ ਲਏ ਮੌਸਮਾਂ ਦੇ। ਅਸੀਂ 26 ਜਨਵਰੀ ਨੂੰ ਮਾਰਾਂ ਵੀ ਖਾ ਲੀਆਂ ਤੇ ਹੁਣ 26 ਤਰੀਕ ਨੂੰ 7 ਮਹੀਨੇ ਜਿਵੇਂ ਤੁਸੀਂ ਦੱਸਿਆ ਹੋਗੇ, ਜੇ ਸਾਡੇ ਨਾਲ ਵੀ ਇੱਕ ਸੈਲਫੀ ਲੈ ਲੈਂਦੇ, ਪ੍ਰਧਾਨ ਮੰਤਰੀ ਫੋਟੋ ਖਿਚਾਉਣ ਦੇ ਤਾਂ ਮਾਹਿਰ ਨੇ। ਇੱਕ ਦਰਦ ਜਿਹਾ ਹੀ ਹੁੰਦਾ ਨਾ ਕਿ ਸਿਟੀਜ਼ਨ ਅਸੀਂ, ਇੱਕ ਮਨ ਚ ਸੀਨੇ ਚ ਤੜਪ ਹੁੰਦੀ ਆ ਕਿ ਅਸੀਂ ਵੱਖ-ਵੱਖ ਮੌਕਿਆਂ ਤੇ ਇਸ ਪ੍ਰਦੇਸ਼ ਦੇ ਬਸ਼ਿੰਦਿਆਂ ਨੇ ਬਾਰਡਰਸ ਦੇ ਉੱਤੇ ਵੀ ਜਾਨਾਂ ਹੋਲੀਆਂ ਨੇ ਤੇ ਆਜ਼ਾਦੀ ਚ ਵੀ ਸਾਡਾ ਭਰਵਾਂ ਯੋਗਦਾਨ ਹੈ। ਕਦੇ ਉਹਨਾਂ ਪੁਰਾਣੀਆਂ ਰਵਾਇਤਾਂ ਨੂੰ ਯਾਦ ਕਰਕੇ ਇੱਥੋਂ ਦੇ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਜਾਂਦੀ। ਪਹਿਲਾਂ ਵੀ ਸਾਡੀ ਇੰਡਸਟਰੀ ਜਿਹੜੀ ਆ ਉਹ ਮਰ ਗਈ ਕਿਉਂਕਿ ਗਵਾਂਢੀ ਸੂਬਿਆਂ ਨੂੰ ਉਹ ਰਿਆਇਤਾਂ ਦੇਤੀਆਂ, ਸਾਡੀ ਕਿਸੇ ਨੇ ਸੁਣੀ ਨਹੀਂ। ਸਾਡੀ ਨਲਾਇਕ ਲੀਡਰਸ਼ਿਪ ਕਦੇ ਅੱਗੇ 2 ਕਦਮ ਵਧੀ ਨਹੀਂ, ਉਹ ਫਾਈਟਰ ਹੋਏ ਹੀ ਨਹੀਂ। ਆ ਸੱਤਾ ਲਈ ਦਿੱਲੀ 'ਚ ਚੜੇ ਫਿਰਦੇ ਨੇ ਸਾਰੇ, ਇਹਨਾਂ ਨੂੰ ਬੰਦਾ ਪੁੱਛੇ ਨਾ ਕਾਲੀਏ ਨਾ ਕਾਂਗਰਸੀਏ ਨਾ ਆਮ ਆਦਮੀ ਪਾਰਟੀ ਵਾਲੇ ਸੰਗਠਿਤ ਰੂਪ ਤੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਇੱਕ ਧਰਨਾ ਹੀ ਲਾ ਲੈਂਦੇ। ਕਿਸਾਨੀ 7 ਮਹੀਨੇ ਤੋਂ ਬੈਠੀ ਆ, ਉਹ ਤੁਹਾਨੂੰ ਲਾਗੇ ਨਹੀਂ ਸੀ ਆਉਣ ਦਿੰਦੇ ਤੇ ਘੱਟੋ ਘੱਟ ਕਿਸੇ ਹੋਰ ਤਰੀਕੇ ਨਾਲ ਤੁਸੀਂ ਸੰਘਰਸ਼ ਕਰਦੇ, ਆਪਣੇ ਮੁੱਖ ਮੰਤਰੀ ਉਹਨਾਂ ਨਾਲ ਗੱਲਬਾਤ ਹੀ ਛੇੜਦੇ ਜਾ ਕੇ। ਪਰ ਕੌਣ ਕਰਦਾ ਜੀ, ਕੁਰਸੀ ਨੂੰ ਕੌਣ ਲੱਤ ਮਾਰਦਾ ਹੈ? ਕੁਰਸੀ ਜਾਣ ਦਾ ਖਤਰਾ ਬੜਾ ਵੱਡਾ ਖਤਰਾ ਹੁੰਦਾ ਹੈ। ਸੋ ਇਹ ਪ੍ਰਧਾਨ ਮੰਤਰੀ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ। ਅੱਜ ਤੇ ਸੋਮ ਪ੍ਰਕਾਸ਼ ਨੂੰ ਘੇਰ ਕੇ ਖਲੋਗੇ ਕਿਸਾਨ। ਸੋਮ ਪ੍ਰਕਾਸ਼ ਚੰਗੇ ਬੰਦੇ ਆ, ਨੀਅਤਨ ਮੈਂ ਉਹਨਾਂ ਨੂੰ ਜਾਣਦਾ ਹਾਂ। ਜੇਕਰ ਇਹੋ ਜਿਹੇ ਲੋਕ ਉੱਥੇ ਜਾ ਕੇ ਲੱਤ ਡਾ ਕੇ ਖਲੋਣ, ਸਾਡਾ ਪੰਜਾਬ ਚ ਵੜਨਾ ਬੰਦ ਹੋ ਗਿਆ, ਹਰਿਆਣੇ ਦਾ ਮੁੱਖ ਮੰਤਰੀ ਕਵੇ ਮੇਰਾ ਜੀਣਾ ਹਰਾਮ ਕੀਤਾ ਪਿਆ, ਕੌਣ ਕਰਦਾ ਹੈ? ਪਰ ਪਾਰਟੀਆਂ ਦੀ ਲਾਈਨ ਦੇ ਵਿੱਚੋਂ ਪਾਸੇ ਨਹੀਂ ਹੁੰਦੇ, ਉਹਨਾਂ ਦੀ ਪੈੜ ਚੋਂ ਪੈਰ ਹੀ ਨਹੀਂ ਕੱਢਦੇ। ਆਖਰ ਫਿਰ ਲੋਕਾਂ ਦੇ ਨੁਮਾਇੰਦੇ ਕਿੱਦਾਂ ਹੋਏ? ਸਾਡਾ ਦਰਦ ਤਾਂ ਇੰਨਾ ਕੀ ਆ ਕਿ ਜੇ ਉਹਨਾਂ ਦੀ ਸੁਣਨੀ ਸਾਡੀ ਵੀ ਸੁਣ ਲੈਂਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿੰਦਾ ਜੀ। ਇਸ ਟਾਈਮ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਉਹਨਾਂ ਦਾ ਨਾਮ ਆ, ਉਹ ਕਿਹਨਾਂ ਨਾਲ ਗੱਲ ਕਰ ਰਹੇ ਨੇ? ਕਤਰ ਦੇ ਵਿੱਚ ਜਾ ਕੇ ਅਫਗਾਨਿਸਤਾਨ ਤੋਂ ਤਾਲਿਬਾਨ ਨਾਲ ਗੱਲ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿਸ ਤਰ੍ਹਾਂ ਚੀਨ ਆਇਆ ਜਾਂ ਜਿਸ ਤਰ੍ਹਾਂ ਅਸੀਂ ਰਾਜ ਦਾ ਦਰਜਾ ਦੇਣ ਜਾ ਰਹੇ ਹਾਂ ਕੱਲ ਨੂੰ, ਜਾਂ ਜਿਹੜਾ ਅਮਰੀਕਾ
ਤੁਹਾਨੂੰ ਪਤਾ 20 ਸਾਲਾਂ ਬਾਅਦ ਉਹ ਜਾ ਰਿਹਾ ਅਫਗਾਨਿਸਤਾਨ ਤੋਂ, ਤੇ ਇੱਥੇ ਤਾਲਿਬਾਨ ਰਹਿ ਜਾਣੇ ਆ, ਕਿਤੇ ਨਾ ਕਿਤੇ ਜੰਮੂ ਕਸ਼ਮੀਰ ਦੇ ਵਿੱਚ ਸਾਨੂੰ ਪ੍ਰੋਬਲਮ ਆਊਗੀ। ਉਹਨਾਂ ਨਾਲ ਗੱਲ ਕਰ ਰਿਹਾ। ਹੁਣ ਗੱਲ ਕਰੀਏ ਆਪਾਂ ਕਿਸਾਨਾਂ ਦੀ। ਕਿਸਾਨ ਤਾਂ ਸਾਡੇ ਆਪਣੇ ਆ, ਸਾਡੇ ਘਰੇ ਬੈਠੇ ਆ। 7 ਮਹੀਨੇ ਹੋ ਗਏ, ਤੁਸੀਂ ਦੇਖੋ ਇੰਨੀਆਂ ਔਕੜਾਂ ਆਈਆਂ ਹਰਜਿੰਦਰ ਜੀ। ਮੌਸਮ ਦੀ ਤਾਂ ਜਿਹੜੀ ਮਾਰ ਇਹਨਾਂ ਨੇ ਝੱਲੀ, ਉਹ ਮੀਂਹ ਦੀ, ਉਹ ਗੜਿਆਂ ਦੀ, ਉਹ ਹਨੇਰੀਆਂ ਆਈਆਂ, ਉੱਥੇ ਝੱਖੜ ਆਏ, ਉਹਨਾਂ ਦੇ ਕਿਸਾਨਾਂ ਦੇ ਟੈਂਟ ਉੱਡ ਗਏ, ਬਿਸਤਰੇ ਭਿੱਜ ਗਏ, ਲੰਗਰ ਪਾਣੀ ਸਾਰਾ ਕੁਝ, ਬਹੁਤ ਜਿਹੜਾ ਸਾਰਾ ਕੁਝ ਹੋਇਆ। ਇਸ ਦੇ ਬਾਵਜੂਦ ਤੁਹਾਨੂੰ ਪਤਾ ਕਿ 21 ਜੂਨ ਤੱਕ 518 ਕਿਸਾਨਾਂ ਦੀ ਉੱਥੇ ਮੌਤ ਹੋ ਚੁੱਕੀ ਆ, ਵੱਖਰੇ ਵੱਖਰੇ ਢੰਗਾਂ ਨਾਲ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਿਵਾਰ, ਔਰਤਾਂ, ਬੱਚੇ, ਬਜ਼ੁਰਗ ਉੱਥੇ ਬੈਠੇ ਹੋਏ ਆ। ਔਰ ਜਿਹੜੇ ਇਹ ਕਹਿੰਦੇ ਆ ਕਿ ਦੇਖੋ ਜੀ COVID-19 ਦੀ ਮਹਾਮਾਰੀ ਆ ਤੇ ਤੁਸੀਂ ਘਰਾਂ ਨੂੰ ਚਲੇ ਜਾਓ, ਜੇ ਇੰਨੀ ਇਹਨਾਂ ਨੂੰ ਦਰਦ ਹੁੰਦਾ, ਸਿੰਪਥੀ ਹੁੰਦੀ, ਤੇ ਇਹ ਆਪ ਇਹ ਨਾ ਕਹਿੰਦੇ ਕਿ ਚਲੋ ਅਸੀਂ ਜਿਹੜੇ ਖੇਤੀ ਦੇ ਕਾਨੂੰਨ ਹਜੇ ਨਹੀਂ ਲਾਗੂ ਕਰਦੇ, ਤੁਸੀਂ ਘਰੇ ਚਲੇ ਜਾਓ। ਜੇ ਸੁਪਰੀਮ ਕੋਰਟ ਇਹਨਾਂ ਕਾਨੂੰਨਾਂ ਤੇ ਰੋਕ ਲੱਗ ਸਕਦਾ, ਅੱਜ ਵੀ ਸੁਪਰੀਮ ਕੋਰਟ ਦੀ ਰੋਕ ਆ, ਉਹ ਲਾਗੂ ਨਹੀਂ ਹੈ ਕਾਨੂੰਨ, ਤੇ ਕੀ ਸਰਕਾਰ ਜਿਹੜੀ ਅੱਗੇ ਹੋ ਕੇ, ਜਿਹੜੀ ਲੋਕਾਂ ਵੱਲੋਂ ਚੁਣੀ ਜਾਂਦੀ ਹੈ, ਜਿਹੜੀ ਇਸ ਡੈਮੋਕ੍ਰੇਸੀ ਦੇ ਵਿੱਚ, ਇਸ ਲੋਕਤੰਤਰ ਦੇ ਵਿੱਚ ਜਿਹੜੀ ਲੋਕਾਂ ਦੀ ਗੱਲ ਜਿਹਨੂੰ ਕਰਨੀ ਚਾਹੀਦੀ ਆ, ਕਿ ਉਹਨੂੰ ਅੱਗੇ ਨਹੀਂ ਸੀ ਆਉਣਾ ਚਾਹੀਦਾ? ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ, ਇਹ ਬਹੁਤ ਪਵਿੱਤਰ ਆ। ਨਰਿੰਦਰ ਸਿੰਘ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਨੇ ਕੇਂਦਰ ਦੇ, ਉਹ ਕਹਿੰਦੇ ਅਸੀਂ ਗੱਲ ਤਾਂ ਕਰਾਂਗੇ, ਪਰ ਕੰਡੀਸ਼ਨਲ ਗੱਲ ਕਰਾਂਗੇ, ਅਸੀਂ ਵਾਪਸ ਨਹੀਂ ਲੈ ਸਕਦੇ। ਤੁਸੀਂ ਸੋਮ ਪ੍ਰਕਾਸ਼ ਦੀ ਗੱਲ ਕੀਤੀ, ਜਿਨ੍ਹਾਂ ਦਾ ਘਿਰਾਓ ਕੀਤਾ ਗਿਆ। ਸੋਮ ਪ੍ਰਕਾਸ਼ ਕਹਿੰਦੇ ਮੈਂ ਬਗੈਰ ਕਿਸੇ ਕੰਡੀਸ਼ਨ ਤੋਂ ਗੱਲ ਕਰਨ ਲਈ ਤਿਆਰ ਆ। ਗੱਲ ਅਸਲ 'ਚ ਇਹ ਆ ਕਿ ਇਹਨਾਂ ਦੇ ਬੀਜੇਪੀ ਦੇ ਲੀਡਰ, ਇਹੀ ਲੋਕ ਜਿਹੜੇ ਇਸੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਅੱਜ ਵੀ ਲੱਗੇ ਹੋਏ ਆ। ਮਨੋਹਰ ਲਾਲ ਖੱਟਰ ਹਰਿਆਣਾ ਦੀ ਸਰਕਾਰ ਦੀ ਤੁਸੀਂ ਗੱਲ ਕਰੋ, ਕਦੇ ਇਹਨਾਂ ਨੂੰ ਅੱਤਵਾਦੀ, ਕਦੇ ਵੱਖਵਾਦੀ, ਕਦੇ ਖਾਲਿਸਤਾਨੀ, ਕਦੇ ਮਾਓਇਸਟ, ਹਰ ਤਰ੍ਹਾਂ ਦਾ ਇਹਨਾਂ ਨੂੰ ਨਾਮ ਦਿੱਤਾ, ਲੇਕਿਨ ਇਹ ਗੱਲ ਨਹੀਂ ਇਹਨਾਂ ਤੋਂ ਬਣੀ ਕਿ ਇਹਨਾਂ ਨਾਲ ਗੱਲਬਾਤ ਕਰ ਲਈਏ। ਤੁਸੀਂ ਦੇਖੋ 22 ਜਨਵਰੀ ਦੀ ਗੱਲ ਟੁੱਟੀ ਹੋਈ ਹੈ ਹਰਜਿੰਦਰ ਜੀ, ਲਗਭਗ ਉਹਨੂੰ ਵੀ ਹੁਣ ਕਿੰਨੇ ਮਹੀਨੇ ਹੋ ਜਾਣੇ ਆ, 7 ਮਹੀਨਿਆਂ ਤੋਂ ਤਾਂ ਇਹ ਜਾ ਕੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਆ। ਤੇ ਜਿਹੜੇ ਪੱਕੇ ਮੋਰਚੇ ਪੰਜਾਬ ਦੇ ਵਿੱਚ ਲੱਗੇ ਆ, ਉਸ ਤੋਂ ਪਹਿਲਾਂ ਯਾਦ ਕਰੋ ਗੱਡੀ ਦੀਆਂ ਲੀਹਾਂ ਤੇ ਬੈਠੇ ਰਹੇ, ਉੱਥੇ ਪਲੇਟਫਾਰਮਾਂ ਤੇ ਬੈਠੇ ਰਹੇ, ਕਿਸੇ ਨੇ ਜਾ ਕੇ ਇਹਨਾਂ ਦੀ ਬਾਤ ਨਹੀਂ ਪੁੱਛੀ, ਕਿਸੇ ਨੇ ਗੱਲ ਨਹੀਂ ਪੁੱਛੀ। ਤੇ ਜਿੱਥੋਂ ਤੱਕ ਤੁਸੀਂ ਅੱਜ ਸਾਰੀਆਂ ਰਵਾਇਤੀ ਪਾਰਟੀਆਂ ਦਾ, ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਗੱਲ ਕੀਤੀ, ਇਹ ਤੁਹਾਨੂੰ ਵੀ ਪਤਾ ਪਹਿਲਾਂ ਭਾਈਵਾਲ ਰਹੇ, ਤੇ ਇਹਨਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਪਹਿਲਾਂ ਤਾਂ ਇਹਦਾ ਸਮਰਥਨ ਵੀ ਕਰਦਾ ਰਿਹਾ। ਤੇ ਜਿਹੜੇ ਕਾਂਗਰਸ ਦੀ ਆਪਾਂ ਗੱਲ ਕਰ ਲਈਏ, ਇਹ ਸਿਰਫ ਵਿਧਾਨ ਸਭਾ ਦੇ ਵਿੱਚ ਆ ਕੇ ਰੈਜ਼ੋਲੂਸ਼ਨ ਪਾਸ ਕਰ ਲੈਂਦੇ। ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ? ਕਰਜ਼ਾ ਮਾਫੀ ਦੀ ਗੱਲ ਕਰਦੇ ਸੀ, ਇਹਨਾਂ ਨੇ ਉਸ ਦਾ ਕੀ ਕੀਤਾ? ਇਸੇ ਕਰਕੇ ਇਹਨਾਂ ਦਾ ਵੀ ਘਿਰਾਓ ਹੋ ਰਿਹਾ। ਤੇ ਜਿੱਥੋਂ ਤੱਕ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ, ਵੈਸੇ ਮੈਂ ਤੁਹਾਨੂੰ ਇੱਕ ਗੱਲ ਜੋੜਦਾ ਕਿ ਕਿਸਾਨਾਂ ਦਾ ਭਰੋਸਾ ਦੇਖੋ, ਆਮ ਆਦਮੀ ਪਾਰਟੀ ਦਿੱਲੀ ਦੀ ਸਰਕਾਰ ਆ, 2 ਵਾਰੀ ਅਰਵਿੰਦ ਕੇਜਰੀਵਾਲ ਧਰਨੇ ਵਾਲੇ ਥਾਂ ਤੇ ਪਹੁੰਚੇ ਵੀ ਆ, ਭੁੱਖ ਹੜਤਾਲ 'ਚ ਵੀ ਸ਼ਾਮਲ ਹੋਏ ਆ, ਲੇਕਿਨ ਭਰੋਸਾ ਨਹੀਂ ਆ। ਭਰੋਸਾ ਕਿਹਨਾਂ ਤੇ ਆ? ਮਮਤਾ ਬੈਨਰਜੀ ਤੇ। ਰਕੇਸ਼ ਟਕੈਤ ਤੇ ਯੁੱਧਵੀਰ ਸਿੰਘ ਜਿਹੜੇ ਆਗੂ ਨੇ, ਉਹ ਜਾ ਕੇ ਗੱਲ ਕਰਦੇ ਨੇ ਮਮਤਾ ਬੈਨਰਜੀ ਨਾਲ ਵੈਸਟ ਬੰਗਾਲ ਦੇ ਵਿੱਚ, ਤੇ ਉਹਨਾਂ ਨੂੰ ਕਹਿੰਦੇ ਆ ਕਿ ਵੱਖਰੇ ਵੱਖਰੇ ਤੁਸੀਂ ਧਿਰਾਂ ਨਾਲ ਗੱਲ ਕਰ ਲਓ, ਵਿਰੋਧੀ ਧਿਰਾਂ ਨਾਲ, ਤੇ ਸਾਡੀ ਉਹਨਾਂ ਨਾਲ ਗੱਲ ਕਰਾਓ। ਸੋ ਵਿਸ਼ਵਾਸ ਉਹਨਾਂ ਤੇ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਜੇ ਤ੍ਰਿਣਮੂਲ ਕਾਂਗਰਸ ਦੀ ਕੋਈ ਨਾ ਕੋਈ ਸੰਗਠਨ ਹੁੰਦਾ ਇੱਥੇ, ਤੁਹਾਨੂੰ ਯਾਦ ਹੋਣਾ ਜਗਮੀਤ ਸਿੰਘ ਬਰਾੜ ਇੱਕ ਵਾਰੀ ਤ੍ਰਿਣਮੂਲ ਕਾਂਗਰਸ ਚਲੇ ਗਏ ਸੀ, ਤੇ ਸ਼ਾਇਦ ਅੱਜ ਜੋ ਸਮਰਥਨ ਮਿਲ ਰਿਹਾ ਕਾਂਗਰਸ, ਮਾਫ ਕਰਨਾ, ਕਿਸਾਨਾਂ ਵੱਲੋਂ, ਤੇ ਹੋ ਸਕਦਾ 10-15 ਸੀਟਾਂ ਜਿਹੜੀਆਂ ਪੰਜਾਬ 'ਚੋਂ ਤ੍ਰਿਣਮੂਲ ਕਾਂਗਰਸ ਵੀ ਜਿੱਤ ਜਾਂਦੀ। ਜੀ ਨਹੀਂ, ਬਿਲਕੁਲ ਤੁਹਾਡੀ ਗੱਲ ਹੈ, ਲੇਕਿਨ ਇਸ ਤਰ੍ਹਾਂ ਵੀ ਨਹੀਂ ਹੈ ਕਿ ਕੇਜਰੀਵਾਲ ਨੂੰ ਉਹਨਾਂ ਨੇ ਮਨਾ ਕੀਤਾ ਹੈ। ਲੇਕਿਨ ਜਦੋਂ ਕਿਸਾਨ ਜਿਹੜਾ ਸੰਯੁਕਤ ਮੋਰਚਾ, ਉਹਨੇ ਫੈਸਲਾ ਕੀਤਾ ਸੀ ਕਿ ਇਸ ਸਟੇਜ ਤੋਂ ਕਿਸੇ ਸਿਆਸੀ ਬੰਦੇ ਨੂੰ ਬੋਲਣ ਹੀ ਨਹੀਂ ਦੇਣਾ, ਤੇ ਕੇਜਰੀਵਾਲ ਦੀ ਜ਼ਰੂਰਤ ਇਹ ਸੀ ਕਿ ਉਹ ਫਾਈਟ ਕਿਸੇ ਹੋਰ ਤਰੀਕੇ ਨਾਲ ਪ੍ਰਧਾਨ ਮੰਤਰੀ ਨਾਲ ਕਰਦੇ ਕਿਸਾਨ ਮੁੱਦਿਆਂ ਤੇ। ਉਹ ਮੰਚ ਤੇ ਸਾਰੇ ਹੀ ਪੋਲੀਟੀਕਲ ਬੰਦੇ ਵਰਤਣਾ ਚਾਹੁੰਦੇ ਸੀ, ਲੇਕਿਨ ਉਹਦੇ ਨਾਲ ਜਿਹੜਾ ਇਲਜ਼ਾਮ ਕੇਂਦਰ ਵੱਲੋਂ ਆਉਂਦਾ ਸੀ ਕਿ ਇਹ ਤਾਂ ਫਲਾਣੇ ਦੇ ਮਾਊਥਪੀਸ ਨੇ, ਉੱਥੇ ਤਾਂ ਯੋਗਿੰਦਰ ਯਾਦਵ ਨੂੰ ਲੈ ਕੇ ਵੀ ਜਿਹੜੀ ਕੇਂਦਰੀ ਲੀਡਰਸ਼ਿਪ ਉਹ ਪ੍ਰਸ਼ਨ ਖੜੇ ਕਰਦੀ ਰਹੀ। ਔਰ ਮੈਨੂੰ ਲੱਗਦਾ ਕਿ ਜਦੋਂ ਤੋਮਰ ਔਰ ਦੂਜੇ ਮੰਤਰੀਆਂ ਨਾਲ, ਗੋਇਲ ਨਾਲ ਗੱਲ ਹੁੰਦੀ ਸੀਗੀ, ਉਹਨਾਂ ਦੀ ਸ਼ਰਤ ਇਹ ਸੀਗੀ ਕਿ ਯੋਗਿੰਦਰ ਯਾਦਵ ਵਿੱਚ ਨਾ ਹੋਣ, ਔਰ ਮੇਰੇ ਖਿਆਲ ਗੱਲਬਾਤ 'ਚ ਸ਼ਾਮਲ ਹੋਏ ਵੀ ਨਹੀਂ। ਸੋ ਇੰਝ ਲੱਗਦਾ ਹੈ ਕਿ ਕੇਜਰੀਵਾਲ ਨੂੰ ਉੱਥੇ ਨਾ ਆਉਣ ਦੇਣਾ ਉਹ ਰਣਨੀਤਿਕ ਉਹਨਾਂ ਦੀ ਇੱਕ ਤਰੀਕੇਕਾਰ ਸੀਗਾ, ਜਿਹਦੇ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਹਾਂ, ਜਿਹੜੇ ਇਹਨਾਂ ਦੇ ਵਫਦ ਸੀ ਕਿਸਾਨਾਂ ਦੇ, ਕੁਝ ਇਸ ਤਰ੍ਹਾਂ ਦੇ ਬਣਾਏ ਜਾਂਦੇ, ਉਹ ਗੱਲ ਕਾਂਗਰਸ ਨਾਲ ਵੀ ਕਰਨੀ ਚਾਹੀਦੀ ਸੀ, ਜਿਵੇਂ ਤੁਸੀਂ ਕਿਹਾ ਮਮਤਾ ਨਾਲ ਕੀਤੀ ਆ, ਉਹ ਕੇਜਰੀਵਾਲ ਕੋ ਵੀ ਜਾਂਦਾ। ਉਹ ਉਹਨਾਂ ਦਾ ਇੱਕ ਘਾਟ ਰਹੀ ਹੈ ਕਿ ਉਹਨਾਂ ਪੋਲੀਟੀਕਲ ਪਾਰਟੀਆਂ ਤੋਂ ਸਮਰਥਨ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਹੜੀਆਂ ਸਰਕਾਰ ਦੇ ਖਿਲਾਫ ਸੀ। ਹੋ ਸਕਦਾ ਉਹਨਾਂ ਦੀ ਕੋਈ ਆਪਣੀ ਰਣਨੀਤੀ ਹੋਵੇ, ਪਰ ਇਹ ਰਣਨੀਤੀ ਕਾਮਯਾਬ ਨਹੀਂ ਹੁੰਦੀ। ਸਿਆਸੀ ਧਿਰਾਂ ਨੂੰ ਨਾਲ ਲਏ ਬਗੈਰ ਅੰਦੋਲਨ ਜਿਹੜੇ ਗੈਰ ਸਿਆਸੀ ਹੁੰਦੇ, ਉਹਨਾਂ ਦਾ ਅੱਗੇ ਵਧਣਾ ਉਨਾ ਹੀ ਔਖਾ ਹੋ ਜਾਂਦਾ। ਲੇਕਿਨ ਜੇ ਮੈਂ ਹੁਣ ਥੋੜਾ ਜਿਹਾ ਅੱਗੇ ਆਵਾਂ, ਜਦੋਂ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਅੱਜ ਇੱਕ ਸਾਡੇ ਬੜੇ ਪਿਆਰੇ ਸਹਾਫੀ ਨੇ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ, ਰਾਜਮੀਤ, ਉਹਨਾਂ ਨੇ
ਉਹ 18 ਨੁਕਾਤੀ ਏਜੰਡੇ ਦੇ ਉੱਤੇ ਲੰਬੀ ਚੌੜੀ ਗੱਲਬਾਤ ਕੀਤੀ ਆ। ਸੋ ਜਿਹੜੇ ਇਸ ਖੇਤਰ 'ਚ ਵਧੀਆ ਕੰਮ ਕਰਦੇ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਉਹ ਕੱਢ ਕੇ ਲਿਆਏ ਕਿ ਕੇਂਦਰ ਦੇ ਇਸ ਜਿਹੜੇ ਹਾਈ ਕਮਾਂਡ ਨੇ ਇਹਨਾਂ ਨੂੰ ਕੰਮ ਦਿੱਤਾ ਹੈ, ਉਹਦੀ ਲਿਸਟ ਬਣਾਈ ਹੈ। ਸੋ ਇੱਕ ਤਾਂ ਉਹ ਪਹਿਲੂ ਕਿ ਕੀ ਕੈਪਟਨ ਅਮਰਿੰਦਰ ਸਿੰਘ ਅਗਲੇ ਦਿਨਾਂ 'ਚ ਇਹ ਕਰ ਲੈਣਗੇ, ਕਿਉਂਕਿ ਲੰਬੀ ਲਿਸਟ ਆ, ਇੰਜ ਲੱਗਦਾ ਜਿੱਦਾਂ 5 ਸਾਲ ਦਾ ਪ੍ਰੋਗਰਾਮ ਹੋਵੇ। ਉਹ ਇਦਾਂ ਹੀ ਆ ਜਿਵੇਂ ਅਜੇ ਸਰਕਾਰ ਬਣੀ ਹੋਵੇ ਤੇ ਅਸੀਂ ਆਪਣਾ ਏਜੰਡਾ ਸਾਹਮਣੇ ਰੱਖਣਾ ਹੋਵੇ, ਲੇਕਿਨ ਹੱਥ ਵਿੱਚ ਸਮਾਂ ਵੀ ਘੱਟ ਬਚਿਆ, ਸਮਰਥਨ ਲਈ ਨਾਲ ਖੜੇ ਲੋਕ ਵੀ ਘੱਟ ਬਚੇ ਆ। ਅਫਸਰਸ਼ਾਹੀ ਦੇ ਵਿੱਚ ਵੀ ਇਹ ਮੈਸੇਜ ਚਲੇ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਉਹਦੇ ਪਾਵਰਫੁਲ ਨਹੀਂ ਰਹੇ। ਇਹ ਕਿੰਜ ਅੱਗੇ ਵਧਣਾ, ਕਿੰਜ ਇਹ ਸੰਭਵ ਹੋਊਗਾ, ਮੈਨੂੰ ਲੱਗਦਾ ਸਵਾਲ ਥੋੜਾ ਔਖਾ ਭਾਰਾ ਪੈ ਗਿਆ। ਜੀ ਬਿਲਕੁਲ, ਤਾਂ ਗੱਲ ਠੀਕ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ 18 ਨੁਕਾਤੀ ਪ੍ਰੋਗਰਾਮ ਦੀ, ਉਹਦੇ ਵਿੱਚ ਮੈਂ ਦੇਖ ਰਿਹਾ ਸੀ, ਵੈਸੇ ਕੱਲ ਤੋਂ ਇਹਨਾਂ ਨੇ ਜਦੋਂ ਆਏ ਆ ਦਿੱਲੀ ਤੋਂ ਕੈਪਟਨ ਅਮਰਿੰਦਰ ਸਿੰਘ, ਆਉਂਦੇ ਇਹਨਾਂ ਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਫਸਰਾਂ ਨਾਲ ਮੀਟਿੰਗ ਕੀਤੀ। ਦੇਖੋ ਹਰਜਿੰਦਰ ਜੀ, ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਨੁਕਤੇ ਆ ਕਿ ਜਿਹੜੇ ਤਾਂ ਇੱਕੋ ਦਮ ਇਮੀਡੀਏਟਲੀ, ਜਿਹਨੂੰ ਕਹਿੰਦੇ ਆ ਕਾਨੂੰਨੀ ਤੌਰ ਤੇ ਵੀ ਲਾਗੂ ਕੀਤੇ ਜਾ ਸਕਦੇ ਆ, ਜਾਂ ਕਮ ਸੇ ਕਮ ਕਾਰਵਾਈ ਕਰਦੇ ਹੋਏ ਵੇਖਿਆ ਜਾ ਸਕਦਾ ਕਿ ਕੋਈ ਕਾਰਵਾਈ ਹੋ ਰਹੀ ਹੈ। ਫਰਕ ਇੰਨਾ ਹੀ ਆ ਹਰਜਿੰਦਰ ਜੀ ਕਿ ਨੀਅਤ ਤੇ ਨੀਅਤੀ 'ਚ, ਜੇ ਤੁਹਾਡੀ ਨੀਅਤ ਠੀਕ ਆ, ਜੇ ਤੁਹਾਡੀ ਇੰਟੈਂਸ਼ਨ ਚੰਗੀ ਆ, ਜਾਂ ਲੋਕਾਂ ਤੱਕ ਇਹ ਪਰਸੈਪਸ਼ਨ ਜਾਂਦੀ ਹੈ ਕਿ ਹਾਂ ਤੁਸੀਂ ਕਰ ਰਹੇ ਹੋ, ਕਿਤੇ ਨਾ ਕਿਤੇ ਜਿਹੜੇ ਦੂਸਰੇ ਅਦਾਰੇ ਨੇ ਉਹ ਤੁਹਾਨੂੰ ਕੰਮ ਨਹੀਂ ਕਰਨ ਦੇ ਰਹੇ, ਫੇਰ ਤਾਂ ਇਹ ਪਤਾ ਲੱਗਦਾ ਹੈ, ਫਿਰ ਜਨਤਾ ਦੇ ਵਿੱਚ ਵੀ ਇਹ ਪਰਸੈਪਸ਼ਨ ਬਣਦੀ ਹੈ ਕਿ ਹਾਂ ਇੰਟੈਂਸ਼ਨਸ ਚੰਗੀਆਂ, ਇਹਨਾਂ ਦੀ ਨੀਤ ਚੰਗੀ ਆ। ਲੇਕਿਨ ਜੇ ਤੁਸੀਂ ਉਹ ਕਰੋ ਹੀ ਨਾ, ਹੁਣ ਤੁਸੀਂ ਦੇਖੋ ਜਿਹੜੇ ਤੁਸੀਂ 18 ਨੁਕਾਤੀ ਪ੍ਰੋਗਰਾਮ ਦੀ ਗੱਲ ਕਹੀ ਆ, ਉਹਦੇ ਵਿੱਚ ਇੱਕ ਇਹ ਵੀ ਉਹ 'ਚ ਮੁੱਦਾ ਹੈ ਕਿ ਤੁਸੀਂ ਜਿਹੜੇ ਲੈਂਡਲੈਸ ਫਾਰਮਰਸ ਨੇ, ਜਿਨ੍ਹਾਂ ਨੇ ਮਜ਼ਦੂਰਾਂ, ਜਿਨ੍ਹਾਂ ਕੋਲ ਜ਼ਮੀਨਾਂ ਨਹੀਂ, ਹੁਣ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਐਲਾਨ ਵੀ ਕੀਤਾ ਕਿ ਅਸੀਂ ਉਹਨਾਂ ਨੂੰ ਜ਼ਮੀਨਾਂ ਦੇਵਾਂਗੇ। ਉਹ ਜ਼ਮੀਨਾਂ ਕਿਸ ਤਰ੍ਹਾਂ ਦੇਵਾਂਗੇ, ਉਹਦੇ ਕਾਨੂੰਨੀ ਪਹਿਲੂ ਕੀ ਹੋਣਗੇ, ਉਹਦੇ ਵਿੱਚ ਕਿਹੜੇ ਨੁਕਤੇ ਹੋਣਗੇ, ਇਹ ਖੈਰ ਜਿਹੜਾ ਹੈ ਉਹ ਕਾਨੂੰਨ ਦਾ ਵਿਸ਼ਾ ਹੈ। ਇਹ ਜਿਹੜੇ ਬਿਊਰੋਕ੍ਰੇਸੀ ਨੇ ਇਸ ਤੇ ਸਾਰੀ ਪਾਲਿਸੀ ਬਣਾਉਣੀ ਆ। ਇਹ ਗੱਲ ਕਰਨੀ ਤਾਂ ਬੜੀ ਵਧੀਆ ਲੱਗਦੀ ਹੈ, ਐਲਾਨ ਕਰਨੇ ਬਹੁਤ ਸੋਹਣੇ ਲੱਗਦੇ ਆ। ਹੁਣ ਤੁਸੀਂ ਇਹਦੇ ਨਾਲ ਹੀ ਜਿਵੇਂ 6ਵਾਂ ਪੇ ਕਮਿਸ਼ਨ ਦੀ ਵੀ ਉਹ 'ਚ ਇੱਕ ਨੁਕਤਾ ਹੈਗਾ ਕਿ ਤੁਸੀਂ ਇਸ ਤੇ ਕਮੇਟੀ ਬਣਾਓ, ਕਿਉਂਕਿ ਲੋਕਾਂ ਨੇ, ਜਾਂ ਜਿਹੜੇ ਕਰਮਚਾਰੀ ਆ, ਲਗਭਗ 5.5 ਲੱਖ ਤੋਂ ਵੱਧ ਕਰਮਚਾਰੀ ਆ, ਉਹਨਾਂ ਨੇ ਤਾਂ ਆਲਰੇਡੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ 6ਵੇਂ ਪੇ ਕਮਿਸ਼ਨ ਦਾ, ਜਿਹੜਾ 1 ਜੁਲਾਈ ਤੋਂ ਲਾਗੂ ਹੋਣਾ। ਔਰ ਜਿਹੜੀ ਇਹਦੀ ਬੈਕ ਡੇਟ ਆ ਉਹ ਤੁਹਾਨੂੰ ਪਤਾ ਸਨ 2016 ਤੋਂ ਇਹ ਲਾਗੂ ਹੋਣਾ, ਲੇਕਿਨ ਉਹ ਇਸ ਤੋਂ ਖੁਸ਼ ਨਹੀਂ ਹੈ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਇਹ ਪ੍ਰੋਗਰਾਮ, ਜਾਂ ਰੇਤਾ ਬਜਰੀ, ਹੁਣ ਜਿਵੇਂ ਰੇਤਾ ਬਜਰੀ ਆ, ਜਾਂ ਜਿਹੜੇ ਟਰਾਂਸਪੋਰਟ ਮਾਫੀਆ ਜਿਹੜੀ ਉਹ 'ਚ ਗੱਲ ਕੀਤੀ ਹੈ ਕਿ ਤੁਸੀਂ ਇਸ ਤੇ ਵੀ ਐਕਸ਼ਨ ਲਓ, ਇਹ ਗੱਲਾਂ ਤਾਂ ਇਮੀਡੀਏਟਲੀ ਹੋ ਸਕਦੀਆਂ। ਇਹ ਤਾਂ ਸਰਕਾਰ ਦਾ ਇੱਕ ਤਰ੍ਹਾਂ ਦਾ ਲਾਅ ਐਂਡ ਆਰਡਰ ਆ। ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਆ ਜਿਨ੍ਹਾਂ ਨੂੰ ਜੇ ਪਰ ਮਨਪ੍ਰੀਤ, ਇਹਦੇ 'ਚ ਇੱਕ ਪੇਚ ਆ, ਮੁੱਖ ਮੰਤਰੀ ਦੀ ਵਿਲ ਇਹਦੇ 'ਚ ਬੜੀ ਜ਼ਰੂਰੀ ਹੋਊਗੀ, ਕਿਉਂਕਿ ਇਸ ਦੋਵਾਂ ਧੰਦਿਆਂ 'ਚ ਪੋਲੀਟੀਕਲ ਬੰਦੇ ਸ਼ਾਮਲ ਹੈ। ਜਿਹੜੀਆਂ ਬੱਸਾਂ ਚੱਲਦੀਆਂ ਉਹ ਹਮਾਤੜਾਂ ਦੀਆਂ ਨਹੀਂ ਚੱਲਦੀਆਂ, ਮਨਪ੍ਰੀਤ ਜਾਂ ਰੰਧਾਵਾ ਦੀਆਂ ਨਹੀਂ ਚੱਲਦੀਆਂ। ਉਹ ਬੱਸਾਂ ਚੱਲਦੀਆਂ ਨੇ ਮੌਜੂਦਾ ਤੇ ਸਾਬਕਾ ਵਜ਼ੀਰਾਂ ਤੇ MLAs ਦੀਆਂ, ਸਿਆਸੀ ਆਗੂਆਂ ਦੀਆਂ। ਮਾਈਨਿੰਗ ਦੇ ਵਿੱਚ ਉਹ ਲੋਕ ਸਰਪ੍ਰਸਤੀ ਦੇ ਰਹੇ ਆ ਜਿਹੜੇ ਸੱਤਾ ਦੇ ਸਿਖਰ ਤੇ ਬੈਠੇ ਆ। ਇੱਥੇ ਜਿਹੜਾ ਹੱਥ ਪਾਉਣਾ ਨਾ ਦਿਲਚਸਪ ਹੋਊਗਾ। ਮੁੱਖ ਮੰਤਰੀ ਹੁਣ ਪ੍ਰੀਖਿਆ 'ਚ ਨੇ, ਪਤਾ ਲੱਗੂ ਇਹ ਰਾਜੇ ਮਹਾਰਾਜੇ ਕਿਵੇਂ ਦੇ ਹੁੰਦੇ ਆ। ਮੁੱਖ ਮੰਤਰੀ ਤੇ ਉਹ ਵੀ ਪੁਰਾਣਾ ਮਹਾਰਾਜਾ ਰਿਹਾ ਹੋਵੇ, ਸਵਾਦ ਤੇ ਤਾਂ ਆ ਜੇ ਧੌਣ ਮਰੋੜ ਦੇ ਰੱਖਦੇ ਗੋਡਾ, ਭਾਵੇਂ ਆਪਣਾ ਹੀ ਹੋਵੇ। ਬਿਲਕੁਲ ਤੁਹਾਡੀ ਗੱਲ ਠੀਕ ਆ। ਇਹ ਜਿਹੜੀ ਵਿਲ ਆ, ਕਿ ਕੀ ਵਾਕਿਆ ਇਹਨਾਂ ਦਾ ਉਹ ਮਨਸ਼ਾ ਹੈ, ਵਿਲ ਹੈ, ਇੰਨੇ ਸਟਰੋਂਗ ਹੈ? ਕਿਉਂ ਕਿਤੇ ਨਾ ਕਿਤੇ ਸਾਨੂੰ ਜਿਹੜੇ ਦੋਸ਼ ਲੱਗਦੇ ਆ ਕਿ ਦੋਨੇ ਪਰਿਵਾਰ, ਜਿਵੇਂ ਬਾਦਲ ਪਰਿਵਾਰ ਕਿਹਾ ਜਾਂਦਾ, ਜਾਂ ਕੈਪਟਨ ਅਮਰਿੰਦਰ ਸਿੰਘ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੋਣਾ ਦੋਸ਼ ਲਾਉਂਦੇ ਨੇ, ਜਾਂ ਆਮ ਤੌਰ ਤੇ ਨਵਜੋਤ ਸਿੰਘ ਸਿੱਧੂ ਹੋਣਾ ਤੋਂ ਪਹਿਲਾਂ ਵੀ ਇਹ ਪਰਸੈਪਸ਼ਨ ਸੀ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹ ਭਾਜਪਾ ਨਾਲ ਵੀ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੱਲਦੇ ਆ, ਇਸੇ ਕਰਕੇ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੇ। ਔਰ ਤੁਹਾਨੂੰ ਮੈਂ ਹਰਜਿੰਦਰ ਜੀ ਦੱਸਦਾ, ਤੁਹਾਨੂੰ ਤੁਸੀਂ ਆਮ ਅਕਸਰ ਗੱਲ ਸੁਣੀ ਹੋਣੀ ਆ, ਔਰ ਬਹੁਤ ਸਾਰੇ ਲੋਕਾਂ ਨੂੰ ਇਹ ਕੋਈ ਅਧਿਕਾਰਿਕ ਗੱਲ ਨਹੀਂ ਆ, ਇਹ ਕੋਈ ਅਫੀਸ਼ੀਅਲ ਗੱਲ ਨਹੀਂ ਹੈ। ਇਹ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ, RSS ਦੇ ਜਾਂ ਭਾਜਪਾ ਦੇ ਸਾਰੇ ਕੰਮ ਹੋ ਜਾਂਦੇ, ਲੇਕਿਨ ਕਈ ਵਾਰੀ ਕਾਂਗਰਸ ਦੇ MLA ਦੇ ਕੰਮ ਨਹੀਂ ਹੁੰਦੇ। ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਨਹੀਂ ਆਪਾਂ ਨੂੰ ਪਤਾ, ਲੇਕਿਨ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਜਿਹੜੇ MLAs ਆ ਜਾਂ ਜਿਹੜੇ ਕੁਝ ਮੰਤਰੀ, ਉਹ ਕਹਿੰਦੇ ਜੀ ਸਾਨੂੰ ਕੈਪਟਨ ਸਾਹਿਬ ਮਿਲਦੇ ਨਹੀਂ, ਸਾਡੇ ਕੰਮ ਨਹੀਂ ਹੁੰਦੇ, ਸਾਡੀ ਨੌਕਰਸ਼ਾਹੀ ਕੰਮ ਨਹੀਂ ਕਰਦੀ, ਜਾਂ ਜਿਹੜੀ ਅਫਸਰਸ਼ਾਹੀ ਆ ਉਹ ਸਾਡੇ ਤੇ ਭਾਰੂ ਆ। ਇੱਥੋਂ ਕਿਤੇ ਨਾ ਕਿਤੇ ਇਹ ਗੱਲ ਤਾਂ ਸਾਹਮਣੇ ਆਉਂਦੀ ਆ ਕਿ ਇਹ ਕਿਉਂ ਭਾਰੂ ਨੇ, ਕਿਉਂ ਨਹੀਂ। ਜੇ ਕੋਈ ਜਿਹੜੇ MLA ਨੇ, ਮੰਤਰੀ ਹੈ, ਕੱਲ ਨੂੰ ਉਹਨਾਂ ਨੇ ਚੋਣ ਲੜਨੀ ਹੈ, 6-7 ਮਹੀਨਿਆਂ ਬਾਅਦ ਚੋਣਾਂ ਨੇ, ਕਿਸ ਤਰ੍ਹਾਂ ਆਪਣੇ ਹਲਕਿਆਂ 'ਚ ਜਾਣਗੇ? ਸੋ ਤੁਹਾਡੀ ਗੱਲ ਬਿਲਕੁਲ, ਮੈਂ ਉਸੇ ਗੱਲ ਤੇ ਤੁਹਾਡੇ ਵਾਪਸ ਆਉਣਾ ਕਿ ਜਿਹੜੇ 18 ਨੁਕਾਤੀ ਪ੍ਰੋਗਰਾਮ ਆ ਉਹ ਤਾਂ ਹੀ ਜਿਹੜੇ ਆ ਉਹ ਪੂਰੇ ਹੋ ਸਕਦੇ ਆ ਜਾਂ ਲਾਗੂ ਹੋ ਸਕਦੇ ਆ, ਜਾਂ ਉਹਨਾਂ 'ਚ ਕੁਛ ਨਾ ਕੁਛ ਕੀਤੇ ਜਾਣ ਦੀ ਸੰਭਾਵਨਾ ਜੇ ਕੈਪਟਨ ਅਮਰਿੰਦਰ ਸਿੰਘ ਦੀ ਵਿਲ ਹੋਊਗੀ। ਇਹ ਬਿਲਕੁਲ ਸਾਫ਼ ਹੈ ਜੀ। ਮਨਪ੍ਰੀਤ ਜੀ, ਕੱਲ ਫਤਿਹ ਜੰਗ ਬਾਜਵਾ ਨੇ ਇੱਕ ਛੱਕਾ ਜੜਿਆ ਸੀ
ਉਹਨਾਂ ਨੇ ਚੱਕ ਕੇ ਐ ਬਾਉਂਡਰੀ ਤੋਂ ਮਾਰ ਮਾਰੀ ਬਾਲ। ਇੱਕ ਤਾਂ ਉਹਨਾਂ ਨੇ ਸੁੱਟਤਾ, ਮਿਲਿਆ ਇੰਸਪੈਕਟਰ ਦਾ ਅਹੁਦਾ, ਤੇ ਮੁੰਡੇ ਨੇ ਵੀ ਵਾਹ ਵੱਡੇ ਵੱਡੇ ਡਾਇਲੌਗ ਮਾਰੇ। ਦੂਜੇ ਬੰਨੇ ਫਤਿਹਜੰਗ ਸਿੰਘ ਬਾਜਵਾ ਵੱਲੋਂ ਜਾਖੜ ਤੇ ਦੂਜੇ 2 ਵਜ਼ੀਰਾਂ ਤੇ ਕੀਤਾ ਗਿਆ ਹਮਲਾ। ਜਾਖੜ ਨੇ ਤਾਂ ਮੋੜਵਾਂ ਹੱਲਾ ਬੋਲਤਾ, ਆਖੇ ਮਾਫੀ ਮੰਗੋ ਲੋਕਾਂ ਕੋ ਜਾ ਕੇ, ਤੁਸੀਂ ਲੋਕਾਂ ਦੇ ਗੁਨਾਹਗਾਰ ਹੋ। ਅਜੇ 2 ਮੰਤਰੀ ਨਹੀਂ ਬੋਲੇ, ਉਹ ਦੋਵੇਂ ਹੀ ਮੰਤਰੀ ਮਾਝੇ ਦੇ ਨੇ। ਮਾਝੇ 'ਚ ਭਖ ਗਈ ਲੜਾਈ। ਇਹ ਕਿਹੜੇ ਪਾਸੇ ਨੂੰ ਗਈ ਗੱਲ ਹੁਣ? ਦੇਖੋ ਜੀ, ਇਹ ਗੱਲ ਬਿਲਕੁਲ ਸਪਸ਼ਟ ਆ ਜੀ। ਜਾਖੜ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਜਿਹੜੇ ਬਾਜਵਾ ਪਰਿਵਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਆਪਾਂ ਇਹ ਹੈਗੇ, ਜਿਹੜੇ ਫਤਿਹਜੰਗ ਸਿੰਘ ਬਾਜਵਾ ਜਾਂ ਜਿਹੜੇ ਉਹਨਾਂ ਦੇ ਮੁੰਡੇ ਨੇ ਅਰਜੁਨ ਪ੍ਰਤਾਪ ਸਿੰਘ ਬਾਜਵਾ, ਇਹਨਾਂ ਨੂੰ ਜਿਹੜੀ ਇੰਸਪੈਕਟਰ ਦੀ ਨੌਕਰੀ ਤਰਸ ਦੇ ਆਧਾਰ ਤੇ ਜਾਂ ਕੰਪੈਸ਼ਨੇਟ ਗਰਾਊਂਡਸ ਤੇ ਦਿੱਤੀ ਗਈ ਆ, ਠੀਕ ਹੈ। ਪਹਿਲਾ ਤਾਂ ਸਵਾਲ ਇਹ ਆਉਂਦਾ ਕਿ ਜੇ ਇਹਨਾਂ ਦੇ ਨੌਕਰੀ ਇਹਨਾਂ ਨੇ ਅੱਜ ਤਿਆਗੀ ਆ ਜਾਂ ਕਿਹਾ ਕਿ ਅਸੀਂ ਨਹੀਂ ਲੈਣੀ, ਇਹ ਅੰਡਰ ਪ੍ਰੈਸ਼ਰ ਆ। ਇਹ ਕੋਈ ਇਹਨਾਂ ਦਾ ਇਹ ਨਹੀਂ ਕਿ ਰਾਤੋਂ ਰਾਤ ਇਹਨਾਂ ਦਾ ਕੋਈ ਹਿਰਦੇ ਪਰਿਵਰਤਨ ਹੋ ਗਿਆ ਜਾਂ ਇਹਨਾਂ ਦਾ ਮਨ ਬਦਲ ਗਿਆ ਜਾਂ ਇਹਨਾਂ ਦੇ ਮਨ ਦੇ ਵਿੱਚ ਸਹੀ ਗੱਲ ਕਿਤੇ ਨਾ ਕਿਤੇ ਬੈਠ ਗਈ। ਇਹੋ ਜਿਹੀ ਤਾਂ ਗੱਲ ਹੈ ਨਹੀਂ ਗੀ। ਇਹਨਾਂ ਨੂੰ ਵੀ ਪਤਾ ਪੋਲੀਟੀਕਲ ਪ੍ਰੈਸ਼ਰ ਆ। ਪੋਲੀਟੀਕਲ ਪ੍ਰੈਸ਼ਰ ਔਰ ਖਾਸ ਤੌਰ ਤੇ ਪੰਜਾਬ ਦਾ ਨਹੀਂ ਹੈ, ਹਾਈ ਕਮਾਂਡ ਦਾ, ਸੋਨੀਆ ਗਾਂਧੀ ਤੋਂ ਲੈ ਕੇ ਜਿਹੜੀ AICC ਕਮੇਟੀ ਉੱਥੋਂ ਤੱਕ ਦਾ। ਇਸੇ ਕਰਕੇ ਹਰੀਸ਼ ਰਾਵਤ ਨੇ ਇਸ ਸੰਬੰਧ ਦੇ ਵਿੱਚ ਸਟੇਟਮੈਂਟ ਵੀ ਦਿੱਤੀ ਸੀ। ਹੁਣ ਅੱਗੇ ਆ ਗਈ ਸੁਨੀਲ ਜਾਖੜ ਹੋਣਾ ਦੀ ਗੱਲ। ਸੁਨੀਲ ਜਾਖੜ ਹੋਣਾ ਨੇ ਕਿਹਾ ਕਿ ਤੁਸੀਂ ਪਬਲਿਕਲੀ ਮਾਫੀ ਮੰਗੋ। ਇਹ ਕੀ ਹੋਇਆ, ਇਹਨਾਂ ਨੇ ਅੱਗੋਂ ਕਹਿਤਾ ਜਿਹੜੇ ਫਤਿਹਜੰਗ ਸਿੰਘ ਬਾਜਵਾ ਕਿ ਤੁਹਾਡੇ ਜਿਹੜਾ ਤੁਸੀਂ ਵੀ ਆਪਣੇ ਭਤੀਜੇ ਨੂੰ ਲਾਇਆ ਹੋਇਆ, ਹੋਰ ਵੀ ਕਈ ਮੰਤਰੀਆਂ ਨੂੰ ਕਿਹਾ ਕਿ ਤੁਸੀਂ ਚੇਅਰਮੈਨ ਲਾਏ ਹੋਏ ਆ, ਤੁਸੀਂ ਫਲਾਣੇ ਪੋਸਟਾਂ ਤੇ ਲਾਏ ਹੋਏ ਆ। ਇਹ ਗੱਲਾਂ ਵੀ ਆਈਆਂ। ਤੇ ਜਿੱਥੋਂ ਤੱਕ ਤੁਸੀਂ ਕਿਹਾ ਕਿ ਜਿਹੜੇ ਮਾਝੇ ਦੇ 2 ਮੰਤਰੀ ਨਹੀਂ ਬੋਲੇ, ਲੇਕਿਨ ਮਾਝੇ ਦੇ ਜਿਹੜੇ 2 ਮੰਤਰੀ ਆ ਉਹਨਾਂ ਨੇ ਵਿਰੋਧ ਕਰਨ ਦੇ ਵਿੱਚ ਉਹ ਸੀਗੇ। ਮੈਨੂੰ ਲੱਗਦਾ ਜਿੱਥੇ ਤੱਕ ਤੁਹਾਡਾ ਇਸ਼ਾਰਾ ਹੈਗਾ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਦਾ ਜਾਂ ਨਹੀਂ ਤ੍ਰਿਪਤ ਰਜਿੰਦਰ ਬਾਜਵਾ ਦਾ ਮੁੰਡਾ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ, ਔਰ ਸੁਖ ਸਰਕਾਰੀਆ ਦਾ ਭਤੀਜਾ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੈ। ਉਹਨਾਂ ਨੇ ਸਿੱਧਾ ਨਾਂ ਲੈ ਕੇ ਕਿਹਾ ਸੀ ਵੀ ਇਹ ਵੀ ਕੁਇਟ ਕਰਨ, ਹੁਣ ਕੁਰਬਾਨੀ ਤਾਂ ਅਸੀਂ ਦਿੱਤੀ, ਇਹ ਵੀ ਦੇ ਦੇਣ। ਸਵਾਲ ਤਾਂ ਆਪਸ ਵਿੱਚ ਭੇਡ ਬਣ ਗਏ। ਲੇਕਿਨ ਦਿਲਚਸਪ ਗੱਲ ਇਹ ਆ ਕਿ ਇਹਨਾਂ ਦੇ ਪੁੱਤ ਭਤੀਜਿਆਂ ਲਈ ਸਾਰੇ ਅਹੁਦੇ ਕਿਉਂ ਹੋਣ? ਅਹੁਦੇ ਉਹਨਾਂ ਵਰਕਰਸ ਲਈ ਜਾਂ ਪੰਜਾਬ ਦੇ ਵਸਿੰਦਿਆਂ ਲਈ ਜਿਹੜੇ ਕੰਮ ਕਰਨਾ ਚਾਹਣ। ਸਵਾਲ ਤਾਂ ਇਹ ਵੱਡਾ। ਹਰਜਿੰਦਰ ਜੀ, ਇਹ ਚ ਮੈਂ ਥੋੜਾ ਜਿਹਾ ਦੱਸ ਦਿੰਦਾ ਕਿ ਬਿਲਕੁਲ ਗੱਲ ਤਾਂ ਠੀਕ ਆ। ਇਹਨਾਂ ਦੇ ਮੁੰਡਿਆਂ ਦੇ ਲਈ, ਇਹਨਾਂ ਦੇ ਭਤੀਜਿਆਂ ਲਈ, ਭਾਣਜਿਆਂ ਲਈ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਪਰ ਥੋੜਾ ਜਿਹਾ ਫਰਕ ਮੈਂ ਇਸ ਕਰਕੇ ਦੱਸ ਦਿੰਦਾ ਕਿ ਸਰਕਾਰੀ ਨੌਕਰੀਆਂ 'ਚ ਤੇ ਪੋਲੀਟੀਕਲ ਅਪਾਇੰਟਮੈਂਟਸ ਦੇ ਵਿੱਚ ਫਰਕ ਆ। ਇਹ ਸਾਰੀਆਂ ਪੋਲੀਟੀਕਲ ਅਪਾਇੰਟਮੈਂਟਸ ਆ, ਇਹ ਸਦਾ ਲਈ ਨਹੀਂ ਰਹਿਣੀਆਂ। ਜਿੱਦਾਂ ਹੀ ਇਹਨਾਂ ਦੀ ਸਰਕਾਰ ਜਾਣੀ ਆ ਜਾਂ ਅਗਲੀ ਸਰਕਾਰ ਆਉਣੀ ਆ, ਉਹਨਾਂ ਨੇ ਇਹਨਾਂ ਨੂੰ ਲਾ ਕੇ ਪਾਸੇ ਕਰ ਦੇਣਾ। ਸਰਕਾਰੀ ਨੌਕਰੀਆਂ ਤੁਹਾਨੂੰ ਆਉਣ ਵਾਲੇ ਸਾਰੇ ਸਮੇਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਨੌਕਰੀਆਂ, ਤੁਹਾਡੀਆਂ ਰੋਟੀਆਂ, ਸਾਰਾ ਕੁਝ ਪੱਕੀਆਂ ਹੋ ਜਾਂਦੀਆਂ। ਸੋ ਇਸ ਕਰਕੇ ਇਹ ਪੋਲੀਟੀਕਲ, ਜਿਵੇਂ ਕੋਈ OSD ਲਾ ਲੈਂਦਾ, ਕੋਈ ਪੋਲੀਟੀਕਲ ਐਡਵਾਈਜ਼ਰ ਲਾ ਲੈਂਦਾ, ਇਹ ਸਾਰੇ ਅੱਜ ਕਿਸੇ ਨੂੰ ਚੇਅਰਮੈਨੀ ਦੇ ਦਿੱਤੀ ਜਾਂਦੀ ਹੈ। ਇਹ ਸਾਰੀਆਂ ਪੋਲੀਟੀਕਲ ਅਪਾਇੰਟਮੈਂਟਸ ਆ। ਇਹਨਾਂ ਦੇ ਮਨਪ੍ਰੀਤ ਜੀ, ਇੱਕ ਹੋਰ ਸਵਾਲ ਹੈ ਕਿ ਜਿੰਨਾ ਕੁ ਮੈਂ ਸਮਝ ਸਕਿਆ, ਕਹਿੰਦੇ ਜੀ ਜਿਹੜਾ ਤਰਸ ਦੇ ਆਧਾਰ ਤੇ ਉਹ ਤਾਂ ਸਿਰਫ 4th ਕਲਾਸ ਹੀ ਲਾਇਆ ਜਾ ਸਕਦਾ ਕਿਸੇ ਨੂੰ, ਔਰ ਇਹ ਸ਼ਾਇਦ ਕੋਈ ਕਿਸੇ ਵੱਡੀ ਕੋਰਟ ਦਾ ਕੋਈ ਫੈਸਲਾ ਵੀ ਇਸ ਤਰ੍ਹਾਂ ਦਾ ਹੈਗਾ। ਲੇਕਿਨ ਅੱਜ ਕਈ ਜ਼ਿਲ੍ਹਿਆਂ ਦੇ DC, SDM ਔਰ ਵੱਡੇ ਅਹੁਦਿਆਂ ਤੇ ਉਹ ਲੋਕ ਬੈਠੇ ਜਿਨ੍ਹਾਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਮਿਲੀਆਂ। ਦੂਜਾ ਸਵਾਲ ਕਿ ਪੋਲੀਟੀਕਲ ਤੌਰ ਤੇ ਵੀ ਮੈਨੂੰ ਸਮਝਾਓ, ਜਿਹਦਾ ਬਾਪ ਵਜ਼ੀਰ ਆ ਉਹ ਪੁੱਤ ਵੀ ਤਾਂ ਵਜ਼ੀਰ ਹੀ ਆ। ਹੁਣ ਪੁੱਤ ਨੂੰ ਬਰਾਬਰ ਦੀ ਇੱਕ ਹੋਰ ਕੁਰਸੀ ਦੇ ਕੇ ਕੌਣ ਕਿੰਨਾ ਕੁ ਕੰਮ ਕਰਦਾ ਵੀ ਪਤਾ ਹੈ ਸਭ ਨੂੰ। ਸੋ ਸਵਾਲ ਤਾਂ ਇਹ ਹੈ ਕਿ ਜਿਹੜੇ ਲੋਕ ਡਿਜ਼ਰਵ ਕਰਦੇ ਆ, ਜਿਹੜੇ ਕੁਰਸੀਆਂ ਤੇ ਬਹਿ ਕੇ ਕੋਈ 5 ਘੰਟੇ 7 ਘੰਟੇ ਕੋਈ ਕੰਮ ਕਰ ਸਕਣ, ਆਖਰਕਾਰ ਕੋਈ ਜਿਹੜਾ ਇਹ ਸੰਵਿਧਾਨਕ ਸਿਸਟਮ ਬਣਿਆ ਉਹਦੇ ਵਿੱਚ ਇੱਥੇ ਚੇਅਰ ਤੇ ਬਹਿ ਕੇ ਕੋਈ ਕੰਮ ਵੀ ਕਰਨਾ ਹੁੰਦਾ ਹੋਊਗਾ ਕਿ ਸਿਰਫ ਗੱਡੀ ਝੂਟਣੀ ਆ ਜਾਂ ਸਿਰਫ ਸਹੂਲਤਾਂ ਹੀ ਮੰਨਣੀਆਂ ਜਾਂ ਸਿਰਫ ਚੌਧਰ ਜਾਂ ਇਹ ਜਿਹੜਾ ਸਿਆਸੀ ਚੜ੍ਹਾਈ ਹੁੰਦੀ ਪੌੜੀ ਚੜ੍ਹਨ ਲਈ ਤੁਹਾਨੂੰ ਥੱਲਿਓਂ ਕਿਧਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਾਂ ਬਣਾ ਦਿਓ ਜਾਂ ਕੁਛ ਹੋਰ ਬਣਾ ਕੇ ਹੌਲੀ ਹੌਲੀ ਜਿਹੜਾ ਪਿਓ ਦੀ ਵਿਰਾਸਤ ਪੁੱਤ ਨੂੰ ਸੌਂਪਣ ਦੀ ਕਵਾਇਦ ਆ, ਇਹਨੂੰ ਪੂਰੀ ਕੀਤਾ ਜਾਂਦਾ। ਬਿਲਕੁਲ ਤੁਹਾਡੀ ਗੱਲ 100% ਠੀਕ ਆ, ਵਾਜਿਬ ਆ। ਕਿਉਂਕਿ ਦੇਖੋ, ਇਹ ਜਿਹੜੀਆਂ ਚੇਅਰਮੈਨੀਆਂ ਲੈਂਦੇ ਨੇ, ਆ ਕੇ ਕਿਸੇ ਦਾ ਚੇਅਰਮੈਨ ਬਣਦੇ ਨੇ, ਕਿਸੇ ਦੇ ਪ੍ਰਧਾਨ ਨਿਯੁਕਤ ਹੁੰਦੇ ਨੇ, OSD ਲੱਗਦੇ ਨੇ, ਇਹਨਾਂ ਦਾ ਮਕਸਦ ਕੀ ਹੁੰਦਾ ਕਿ ਸਾਨੂੰ ਤਾਂ ਜੀ ਲਾਲ ਬੱਤੀ ਵਾਲੀ ਗੱਡੀ ਮਿਲ ਜੇ, ਸਾਨੂੰ ਸਿਕਿਉਰਿਟੀ ਮਿਲ ਗਏ, ਅਸੀਂ ਜਿਹੜੇ ਆ ਸਾਇਰਨ ਵਜਾ ਕੇ ਕਦੇ ਇੱਧਰ ਜਾਈਏ ਕਦੇ ਉੱਧਰ ਜਾਈਏ। ਜਿਹੜਾ ਟੌਰ ਟਪੱਕੇ ਵਾਲੀ ਗੱਲ ਆ ਨਾ, ਉਹ ਇਹਨਾਂ ਦੇ ਵਿੱਚ ਘਰ ਕੀਤੀ ਹੋਈ ਹੈ। ਜਿੱਥੋਂ ਤੱਕ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਕਿ ਜਿੱਥੋਂ ਤੱਕ ਲੋਕਾਂ ਦਾ ਵੈਲਫੇਅਰ ਆ, ਲੋਕਾਂ ਦੀ ਭਲਾਈ ਆ,
ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਦਾ ਇਹਨਾਂ ਦੇ ਅੰਦਰ ਨਾ ਮਾਨਸਿਕ ਤੌਰ ਤੇ ਤਿਆਰ ਹੁੰਦੇ ਤੇ ਨਾ ਹੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਸੋਚ ਆਉਂਦੀ ਹੈ। ਔਰ ਤੁਸੀਂ ਜਾਣ ਕੇ ਹਰਜਿੰਦਰ ਜੀ ਇਸੇ ਗੱਲ ਦੀ ਹੈਰਾਨੀ ਹੋਊਗੀ, ਤੁਸੀਂ ਕਿਹਾ ਕਿ 7-7 ਘੰਟੇ ਆਉਂਦੇ ਆ, ਇਹ ਜਿਹੜੀ ਅਫਸਰਸ਼ਾਹੀ ਆ, ਨੌਕਰਸ਼ਾਹੀ ਆ, ਜਿਹੜੀ ਬਿਊਰੋਕ੍ਰੇਸੀ ਆ, ਉਹ ਵੀ ਲਗਭਗ ਪੋਲੀਟੀਸਾਈਜ਼ ਹੀ ਹੋ ਗਈ ਆ। ਜਿਨ੍ਹਾਂ ਦਾ ਕੰਮ ਆ, ਜਿਹਨੇ ਇੰਨਾ ਪੜ੍ਹ ਕੇ ਆਉਂਦੇ, ਚਾਹੇ ਸਾਡੇ IAS ਆਫੀਸਰਸ ਹੋਣ, PCS ਆਫੀਸਰਸ ਹੋਣ, IPS, ਤੁਸੀਂ ਦੇਖੋ ਉਹਨਾਂ ਦਾ ਵੀ ਪੂਰੀ ਤਰ੍ਹਾਂ ਰਾਜਨੀਤੀਕਰਨ ਹੋ ਗਿਆ। ਉਹ ਇੱਕ ਕਦਮ ਵੀ ਨਹੀਂ ਚੱਲਦੇ ਕਿ ਆਪਣੇ ਆਕਾ ਤੋਂ ਪੁੱਛ ਲੈਣ, ਜਿਨ੍ਹਾਂ ਨੇ ਉਹਨਾਂ ਨੂੰ ਲਵਾਇਆ ਹੁੰਦਾ, ਜਿਨ੍ਹਾਂ ਨੇ ਟਰਾਂਸਫਰਾਂ ਕਰਾਈਆਂ ਹੁੰਦੀਆਂ ਕਿਸੇ ਖਾਸ ਜ਼ਿਲ੍ਹੇ ਦੇ ਵਿੱਚ, ਕਿਸੇ ਖਾਸ ਪਦ ਤੇ, ਉਹਨਾਂ ਦੀ ਹੀ ਗੱਲ ਸੁਣਦੇ ਆ, ਲੋਕਾਂ ਦੀ ਤਾਂ ਗੱਲ ਹੀ ਨਹੀਂ ਸੁਣਦੇ ਇਹ। ਬਿਲਕੁਲ 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 ਮਨਪ੍ਰੀਤ ਜੀ, ਸਾਡੇ ਕੋਲ ਸਮੇਂ ਦੀ ਅੱਜ ਹੋ ਗਈ ਕਿੱਲਤ। ਅਸੀਂ ਗੱਲ ਕਰਨੀ ਸੀ ਪੰਜਾਬ ਦੇ ਸਿਆਸਤ ਦੇ ਤਾਣੇ ਬਾਣੇ ਦੀ, ਜਿਹਦੇ ਵਿੱਚ ਅਕਾਲੀਆਂ ਦਾ ਡਿਫੈਂਸਿਵ ਹੋਣਾ, SIT ਦੀ ਪੇਸ਼ੀਆਂ ਨੂੰ ਲੈ ਕੇ ਹਾਈ ਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ 18 ਨਕਾਤੀ ਪ੍ਰੋਗਰਾਮ 'ਚ ਕੁਝ ਐਸੇ ਪ੍ਰੋਗਰਾਮ ਜਿਹੜੇ ਉਹਨਾਂ ਨੂੰ ਸੇਕ ਲਾਉਂਦੇ ਆ, ਉਹਦੇ ਉੱਤੇ ਉਹਨਾਂ ਦੀ ਬੇਚੈਨੀ, ਤੇ ਦੂਜੀ ਗੱਲ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ, ਇਹਦੇ ਉੱਤੇ ਆਪਾਂ ਕੱਲ ਨੂੰ ਗੱਲ ਕਰਾਂਗੇ। ਅੱਜ ਕਾਫੀ ਸਮਾਂ ਨਿਕਲ ਗਿਆ, ਸੋ ਮਨਪ੍ਰੀਤ ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਹਰਜਿੰਦਰ ਜੀ।